वार्ड जिहड़ा है ना मेरा परिवार है जी, ये नहीं कि मैं समझदी इहदे विच मेरा दिल वसदा है। इस करके मैं सोचा सी हर एक दी रक्षा करना, हर एक नूं हर सुविधा देना, साफ सफाई रखना, सारा करना ये मेरी जिम्मेवारी बनती है। जद लोग जिहड़े किसान है वही इस कानून के खिलाफ ने तो वो क्यों नहीं इनू बदलते। मैनूं लगदा प्रधानमंत्री जी शायद इतिहास ही नहीं पढ़ते, वो सुनिया सुनाइया गल्लां इधर दियां सुन लिया उधर, उन्होंने इतिहास पढ़ना चाहिए। मोदी साहब भी यही कर रहे कि इन्होंने फुट पा के इन्होंने अलग अलग कर दिए, पर नहीं, भारत देश के जोड़े नागरिक ने पढ़े लिखे ने, बड़े सियाने। अज का जोड़ा किसान है वो पढ़िया लिखा है। 10 सालों के इन्होंने कोई नौकरी नहीं दी, कहता जी नशेड़ी है। भारत के जोड़े पढ़े लिखे नौजवान जोड़े दूसरे देशों में जा रहे हैं, नौकरियां कर रहे हैं, वो उत्थे नशेड़ीपन नहीं है, सिर्फ भारत के ही है। हलचल टूडे देख रहे सारे दर्शकों का स्वागत है। मैं कीर्ति। अज मतलब औरतों नूं उस लैवल ते देखा जाता, जां कई बार सोचा जाता भी जो औरतां किसी भी फील्ड दे विच जाणगियां ते किवें सरवाइव करनगियां, जां किवें ओहो जी निखार के अपने आप नूं लिया के रखणगियां सामने भी वो काम कर सकदियां ने जां नहीं कर सकदियां। बड़े सवालिया चिन्ह जिहड़े ने औरतां सामने खड़े हो जाते हैं, प्रश्न खड़े हो जाते हैं भी किवें करनगियां। ਜਿਹੜਾ ਇਹ ਕਿਵੇਂ ਆ ਉਹ ਔਰਤਾਂ ਨੂੰ ਇੱਕ ਹਿਸਾਬ ਦਾ ਇੰਨਾ ਕੁ ਮੋਟੀਵੇਟ ਕਰ ਦਿੰਦਾ ਕਿ ਔਰਤਾਂ ਆਪਣੇ ਆਪ ਹੀ ਜਦੋਂ ਸੋਚ ਲੈਂਦੀਆਂ ਕਿ ਮੈਂ ਇਹ ਕੰਮ ਕਰਨਾ ਤੇ ਕਰਨਾ ਹੈ, ਕਿਉਂਕਿ ਔਰਤ ਦੇ ਵਿੱਚ ਬਹੁਤ ਪਾਵਰ ਜਿਹੜੀ ਆ ਪਰਮਾਤਮਾ ਨੇ ਬਖਸ਼ੀ ਹੈ ਕਿ ਜਦੋਂ ਔਰਤ ਕੋਈ ਚੀਜ਼ ਠਾਣ ਲੈਂਦੀ ਹੈ ਤਾਂ ਉਹਦੇ ਵਿੱਚ ਸਕਸੈਸ ਜਿਹੜੀ ਆ ਹਾਸਲ ਕਰਕੇ ਹੀ ਵਾਪਸ ਆਉਂਦੀ ਹੈ। ਉਸ ਤੋਂ ਪਹਿਲਾਂ ਉਹ ਵਾਪਸ ਮੁੜਨ ਦਾ ਕਦੇ ਵੀ ਨਹੀਂ ਸੋਚਦੀ, ਚਾਹੇ ਉਹ ਰਾਜਨੀਤੀ ਹੈ, ਚਾਹੇ ਉਹ ਪੱਤਰਕਾਰੀ ਹੈ, ਚਾਹੇ ਉਹ ਕੋਈ ਵੀ ਅਹੁਦਾ ਹੈ ਜਾਂ ਕੋਈ ਵੀ ਇਹੋ ਜਿਹੀ ਅਦਾਰਾ ਹੈ ਜਿਹਦੇ ਵਿੱਚ ਔਰਤ ਜਾਂਦੀ ਹੈ ਤੇ ਜਾ ਕੇ ਉਹਨੂੰ ਸਰਵਾਈਵ ਜਿਹੜਾ ਉਹ ਤਾਂ ਮੈਨੂੰ ਲੱਗਦਾ ਜਦੋਂ ਇੱਕ ਔਰਤ ਪੈਦਾ ਹੁੰਦੀ ਤਾਂ ਉਹਨੂੰ ਉਦੋਂ ਹੀ ਸਰਵਾਈਵ ਜਿਹੜਾ ਸ਼ੁਰੂ ਹੋਣਾ ਸ਼ੁਰੂ ਹੋ ਜਾਂਦਾ ਹੈ। ਪਰ ਜਦੋਂ ਇੱਕ ਰਾਜਨੀਤੀ ਦੀ ਅਸੀਂ ਗੱਲ ਕਰਦੇ ਹਾਂ ਤੇ ਰਾਜਨੀਤੀ ਦੇ ਵਿੱਚ ਅਸੀਂ ਆ ਕੇ ਬਹੁਤ ਸਾਰੇ ਸਵਾਲਾਂ ਦੇ ਵਿੱਚ ਘਿਰ ਜਾਂਦੇ ਹਾਂ ਕਿ ਸ਼ਾਇਦ ਜੇ ਉਹ ਇੱਕ ਔਰਤ ਦੇ ਵਾਰਡ ਦੇ ਵਿੱਚੋਂ ਇੱਕ ਔਰਤ ਵੋਟ ਦੇ ਵਿੱਚ ਖੜੀ ਹੋਈ ਹੈ ਤੇ ਜੋ ਜਿੱਤ ਹਾਸਲ ਕਰ ਵੀ ਲੈਂਦੀ ਤਾਂ ਕੰਮ ਕਿਵੇਂ ਕਰੇਗੀ, ਜਾਂ ਤਾਂ ਉਹਨੂੰ ਉਹਦਾ ਹਸਬੈਂਡ ਚਲਾਏਗਾ ਜਾਂ ਉਹਦੇ ਘਰ ਦੇ ਵਿੱਚ ਕੋਈ ਹੋਰ ਮਰਦ ਹੋਏਗਾ ਉਹ ਉਹਨੂੰ ਚਲਾਏਗਾ। ਔਰਤ ਖੁਦ ਕੁਛ ਨਹੀਂ ਕਰ ਸਕਦੀ। ਇਹ ਬੜੇ ਚੀਜ਼ਾਂ ਜਿਹੜੀਆਂ ਨੇ ਸਾਹਮਣੇ ਆਉਂਦੀਆਂ ਨੇ ਅਕਸਰ ਸਾਡੇ, ਕਿਉਂਕਿ ਪਿੰਡਾਂ 'ਚ ਅਸੀਂ ਖਾਸ ਤੌਰ 'ਤੇ ਚੀਜ਼ਾਂ ਦੇਖਦੇ ਹਾਂ ਕਿ ਜਦੋਂ ਕੋਈ ਪੰਚ ਬਣਦਾ ਜਾਂ ਸਰਪੰਚ ਬਣਦਾ ਤੇ ਅਸੀਂ ਕਹਿੰਦੇ ਵੀ ਭਾਈ ਉਹਦੀ ਵਾਈਫ ਜਿਹੜੀ ਸਰਪੰਚ ਪਰ ਉਹਨੂੰ ਚਲਾਉਂਦਾ ਉਹਦਾ ਹਸਬੈਂਡ ਹੈ। ਪਰ ਇੱਥੇ ਜਦੋਂ ਅਸੀਂ ਜਿਨ੍ਹਾਂ ਦੇ ਘਰ ਬੈਠੇ ਹਾਂ ਜਾਂ ਜਿਨ੍ਹਾਂ ਦੇ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ ਉਹ ਵਾਕਈ ਦੁਆਬੇ ਦੀ ਸ਼ਾਨ ਨੇ, ਜਲੰਧਰ ਦੀ ਸ਼ਾਨ ਨੇ, ਕਿਉਂਕਿ ਜਲੰਧਰ ਦੇ ਵਿੱਚ ਬਹੁਤ ਉਹ ਕੰਮ ਕਰ ਰਹੇ ਨੇ, ਚਾਹੇ ਲੋਕਡਾਊਨ ਦੇ ਦੌਰਾਨ ਸੀ ਚਾਹੇ ਕਰੋਨਾ ਦੇ ਦੌਰਾਨ ਉਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਨੇ। ਕਿਉਂਕਿ ਅਕਸਰ ਕਿਹਾ ਜਾਂਦਾ ਸੀਗਾ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਿਕਲ ਕੇ ਆ ਰਹੀਆਂ ਨੇ, ਕਰੋਨਾ ਫੈਲ ਰਿਹਾ, ਪਰ ਉਹਦੇ ਬਾਵਜੂਦ ਵੀ ਉਹਨਾਂ ਨੇ ਉਹ ਕੰਮ ਕੀਤੇ ਨੇ ਜਿਹੜੇ ਮੈਨੂੰ ਲੱਗਦਾ ਕਿ ਕੋਈ ਵੀ ਲੇਡੀ ਅੱਜ ਘਰੋਂ ਨਿਕਲ ਕੇ ਨਹੀਂ ਸੀ ਕਰ ਰਹੀ, ਜਾਂ ਕਿਸੇ ਨੂੰ ਲੱਗਦਾ ਸੀ ਵੀ ਕਰੋਨਾ ਬਹੁਤ ਜ਼ਿਆਦਾ ਫੈਲਿਆ ਹੋਇਆ, ਅਸੀਂ ਲੋਕਾਂ 'ਚ ਕਿਵੇਂ ਜਾਵਾਂਗੇ, ਕਿਵੇਂ ਪਬਲਿਕ ਡੀਲਿੰਗ ਕਰਾਂਗੇ, ਪਰ ਉਹਨਾਂ ਨੇ ਬਹੁਮਤੀ ਸਾਰੀਆਂ ਚੀਜ਼ਾਂ ਨੂੰ ਮੈਨੇਜ ਕੀਤਾ। ਸੋ ਸਾਡੇ ਨਾਲ ਉਹ ਸਾਡੇ ਬਿਲਕੁਲ ਨਾਲ ਬੈਠੇ ਨੇ ਤੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਜਾਰੀ ਕਰਦੇ ਹਾਂ। ਨਿੱਜੀ ਤੌਰ 'ਤੇ ਉਹਨਾਂ ਦੇ ਨਾਲ ਅੱਜ ਜਿਹੜੀ ਸੀ ਗੱਲਬਾਤ ਆ ਉਹ ਕਰਾਂਗੇ। ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਅਰੁਣਾ ਅਰੋੜਾ ਜੀ, ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ। ਕਿਵੇਂ ਠੀਕ ਠਾਕ ਹੋ? बिल्कुल जी, बहुत वधिया। ਕਿਉਂਕਿ ਕਰੋਨਾ ਦਾ ਦੌਰ ਚੱਲ ਰਿਹਾ ਤੇ ਬੜਾ ਮਾਹੌਲ ਜਿਹੜਾ ਗਮਗੀਨ ਸੀਗਾ, ਉਸ ਮਾਹੌਲ ਦੇ ਵਿੱਚ ਹਰ ਇੱਕ ਨੂੰ ਡਰ ਲੱਗਦਾ ਸੀ ਵੀ ਮੈਂ ਬਾਹਰ ਕਿਵੇਂ ਨਿਕਲਾਂ, ਪਰ ਤੁਸੀਂ ਆਪਣੇ ਵਾਰਡ ਨੂੰ ਇੰਨਾ ਖੂਬਸੂਰਤ ਬਣਾ ਦਿੱਤਾ, ਆਪਣੇ ਆਲੇ ਦੁਆਲੇ ਨੂੰ, ਇਕੱਲੇ ਵਾਰਡ ਨੂੰ ਨਹੀਂ ਆਲੇ ਦੁਆਲੇ ਨੂੰ ਵੀ ਦੇਖਿਆ ਵੀ ਨਹੀਂ ਇਹਨੂੰ ਵੀ ਧਿਆਨ 'ਚ ਰੱਖਣਾ ਚਾਹੀਦਾ। ਕਿਵੇਂ ਮੈਨੇਜ ਕਰਦੇ ਸੀ? ਪਹਿਲਾਂ ਤਾਂ ਸਵਾਲ ਹੀ ਇਹ ਬਣ ਜਾਂਦਾ। ਪਹਿਲੇ ਤਾਂ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਹੜਾ ਤੁਸੀਂ ਕੁਐਸਚਨ ਕੀਤਾ ਹੈ ਕਿ ਕਰੋਨਾ ਦਾ ਡਰ, ਮੈਨੂੰ ਪਰਮਾਤਮਾ 'ਤੇ ਬਹੁਤ ਜ਼ਿਆਦਾ ਵਿਸ਼ਵਾਸ ਹੈ। ਮੈਂ ਜਦੋਂ ਸਵੇਰੇ ਉੱਠਦੀ ਹਾਂ ਮੈਂ ਉੱਠਦਾ ਹੀ ਹਮੇਸ਼ਾ ਪਰਮਾਤਮਾ ਅੱਗੇ ਅਰਦਾਸ ਇਹ ਕਰਦੀ ਹੁੰਦੀ ਸੀ ਕਿ ਜੇ ਮੈਨੂੰ ਇਹ ਤਾਕਤ, ਇੱਕ ਅਹੁਦਾ ਦਿੱਤਾ ਹੈ ਕਾਉਂਸਲਰ ਵਾਲਾ, ਤੇ ਉਹਨੂੰ ਨਿਭਾਉਣ ਦੀ ਤਾਕਤ ਸ਼ਕਤੀ ਵੀ ਦੇਣਾ। ਔਰ ਕਰੋਨਾ ਵੇਲੇ ਵੀ ਇਹੀ ਸੀਗਾ, ਕਿਉਂਕਿ ਇੱਕ ਕਹਿੰਦੇ ਨਾ ਜਿਸ ਤਰ੍ਹਾਂ ਇੱਕ ਮਾਂ ਆਪਣੇ ਪਰਿਵਾਰ ਦੀ ਰੱਖਿਆ ਕਰਦੀ ਉਹਦੇ ਲਈ ਸਾਰੇ ਕੰਮ ਕਰਦੀ ਹੈ, ਤੇ ਮੇਰਾ ਵਾਰਡ ਜਿਹੜਾ ਹੈ ਨਾ ਮੇਰਾ ਪਰਿਵਾਰ ਹੈ ਜੀ। ਇਹ ਨਹੀਂ ਕਿ ਮੈਂ ਸਮਝਦੀ ਇਹਦੇ ਵਿੱਚ ਮੇਰਾ ਦਿਲ ਵਸਦਾ ਹੈ। ਤੇ ਇਸ ਕਰਕੇ ਮੈਂ ਸੋਚਿਆ ਸੀ ਹਰ ਇੱਕ ਦੀ ਰੱਖਿਆ ਕਰਨਾ, ਹਰ ਇੱਕ ਨੂੰ ਹਰ ਸੁਵਿਧਾ ਦੇਣਾ, ਸਾਫ ਸਫਾਈ ਰੱਖਣਾ, ਸਾਰਾ ਕਰਨਾ ਇਹ ਮੇਰੀ ਜ਼ਿੰਮੇਵਾਰੀ ਬਣਦੀ ਹੈ। ਤੇ ਪਰਮਾਤਮਾ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਹੈ, ਉਹਦੇ ਲਈ ਮੈਂ ਪਰਮਾਤਮਾ ਦਾ ਬਹੁਤ ਸ਼ੁਕਰਾਨਾ ਕਰਦੀ ਹਾਂ। ਔਰ ਜਿੰਨੇ ਵੀ ਮੇਰੇ ਨਾਲ ਲੋਕ ਜੁੜੇ ਨੇ ਉਹ ਸਾਰੇ ਉੱਠਦੇ ਹੀ ਸਵੇਰੇ ਉੱਠ ਕੇ ਮੇਰੇ ਲਈ ਅਰਦਾਸ ਬੇਨਤੀ ਕਰਦੇ ਆ ਕਿ ਪਰਮਾਤਮਾ ਹੋਰ ਤਾਕਤ ਸ਼ਕਤੀ। ਤਾਈਓ 3 ਵਾਰੀ ਬਣ ਗਏ ਹੋ। ਬਿਲਕੁਲ ਜੀ, ਬਿਲਕੁਲ ਜੀ। ਪਰ ਜੇ ਅਸੀਂ ਦੇਖਿਆ ਜਾਏ ਕਿ ਹੁਣ ਕਿਸਾਨਾਂ ਦਾ ਜਿਹੜਾ ਅੰਦੋਲਨ ਹੈ ਬਹੁਤ ਪੀਕ ਤੇ ਚੱਲ ਰਿਹਾ, ਕਿਉਂਕਿ ਕਰੋਨਾ ਇੱਕ ਪਿੱਛੇ ਕਰੋਨਾ ਦਾ ਬੜਾ ਦੌਰ ਸੀਗਾ ਵੀ ਕਰੋਨਾ ਬਹੁਤ ਜ਼ਿਆਦਾ ਹੋ ਗਿਆ, ਫਿਰ ਕਰੋਨਾ ਜਦੋਂ ਥੋੜਾ ਜਿਹਾ ਠੱਲ ਪਈ ਫਿਰ ਦੁਬਾਰਾ ਇੱਕਦਮ ਆ ਗਿਆ ਕਿ ਪੀਕ ਤੇ ਆ ਗਿਆ, ਕਿਉਂਕਿ ਕਿਸਾਨੀ ਅੰਦੋਲਨ ਜਿਹੜਾ ਉਹ ਚੱਲ ਪਿਆ ਸੀਗਾ।
3 ਕੁ ਮਹੀਨੇ ਇੱਥੇ ਰਹੇ ਪੰਜਾਬ ਦੇ ਵਿੱਚ ਧਰਨਿਆਂ ਤੇ, ਹੁਣ ਮਹੀਨਾ ਉਹਨਾਂ ਨੂੰ ਹੋ ਜਾਣਾ ਉੱਥੇ ਦਿੱਲੀ ਦੇ ਵਿੱਚ ਬੈਠਿਆ, ਇੰਨੀ ਠੰਡ ਆ, ਕਿਵੇਂ ਦੇਖਦੇ ਹੋ ਕਿਸਾਨੀ ਅੰਦੋਲਨ ਨੂੰ? ਦੇਖੋ ਜੀ, ਕਿਸਾਨ ਦਾ ਅੰਦੋਲਨ ਜਿਹੜਾ ਇੱਕ ਸੱਚਾ ਅੰਦੋਲਨ ਹੈ, ਇੱਕ ਸੱਚੇ ਸਿਪਾਹੀ ਵਾਲਾ ਅੰਦੋਲਨ ਹੈ। ਜਦੋਂ ਕਿਸਾਨਾਂ ਦੀ ਗੱਲ ਆਉਂਦੀ ਹੈ ਨਾ ਤੇ ਮਤਲਬ ਕਹਿੰਦੇ ਨਾ ਸਾਡੇ ਵੀ ਰੋਮਟੇ ਖੜੇ ਹੋ ਜਾਂਦੇ ਆ। ਇੰਨੀ ਠੰਡ ਦੇ ਵਿੱਚ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਸਾਡਾ ਜਿਹੜਾ ਕਿਸਾਨ ਹੈ ਅੰਨਦਾਤਾ ਹੈ, ਕਿਉਂਕਿ ਜਦੋਂ ਅਸੀਂ ਕਹਿੰਦੇ ਨਾ ਰੋਟੀ ਖਾਣੇ, ਇੱਕ ਬੁਰਕੀ ਵੀ ਅਸੀਂ ਮੂੰਹ 'ਚ ਪਾਉਂਦੇ ਹਾਂ, ਇੱਕ ਉਹਨਾਂ ਦੇ ਖੂਨ ਪਸੀਨੇ ਦੀ ਕਮਾਈ ਹੈ ਜਿਹੜੀ ਅਸੀਂ ਖਾ ਰਹੇ ਹਾਂ। ਤੇ ਸਾਡੇ ਪ੍ਰਧਾਨ ਮੰਤਰੀ ਜੀ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਅਸੀਂ ਇੱਕ ਲੋਕਤੰਤਰ ਦੇ ਵਿੱਚ ਰਹਿੰਦੇ ਹਾਂ। ਲੋਕਤੰਤਰ ਲੋਕਾਂ ਦੀ ਸਰਕਾਰ ਹੈ, ਲੋਕਾਂ ਦੀ ਬਣਾਈ ਹੋਈ ਸਰਕਾਰ ਹੈ। ਜਦ ਲੋਕ ਜਿਹੜੇ ਕਿਸਾਨ ਹੈ ਉਹੀ ਇਸ ਕਾਨੂੰਨ ਦੇ ਖਿਲਾਫ ਨੇ ਤੇ ਉਹ ਕਿਉਂ ਨਹੀਂ ਇਹਨੂੰ ਬਦਲਦੇ? ਉਹਨਾਂ ਨੂੰ ਜਲਦੀ ਇਸ ਨੂੰ ਬਦਲਣਾ ਚਾਹੀਦਾ ਹੈ ਤਾਂ ਜੋ ਜਿਹੜੇ ਸਾਡੇ ਕਿਸਾਨ ਹੈ ਮੁੜ ਕੇ ਆਪਣੇ ਘਰਾਂ ਦੇ ਵਿੱਚ ਆਣ, ਮੁੜ ਕੇ ਆਪਣੀ ਖੇਤੀਬਾੜੀ ਸ਼ੁਰੂ ਕਰਨ। ਅਸੀਂ ਜਿੰਨੇ ਵੀ ਅਸੀਂ ਦੇਖਿਆ, ਅਸੀਂ ਸ਼ਹਿਰੀ ਲੋਕ ਵੀ ਜਿਹੜੇ ਨੇ ਉਹ ਸਾਰੇ ਅਸੀਂ ਕਿਸਾਨਾਂ ਦੇ ਨਾਲ ਆ, ਸਾਰੀਆਂ ਸਰਕਾਰਾਂ ਕਿਸਾਨਾਂ ਦੇ ਨਾਲ ਹੈ। ਜਿਹੜੇ ਮੋਦੀ ਸਾਹਿਬ ਪੀਜ਼ਾ 버ਗਰ ਖਾਂਦੇ ਹੋ ਨਾ ਦੂਸਰੇ ਦੇਸ਼ਾਂ ਵਿੱਚ ਜਾ ਕੇ, ਉਹ ਵੀ ਸਾਡੇ ਕਿਸਾਨਾਂ ਦੇ ਪੈਦਾ ਕੀਤੇ ਹੋਏ ਆਂਦਾ ਹੀ ਬੰਦਾ ਹੈ। ਤੁਸੀਂ ਪੀਜ਼ਾ 버ਗਰ ਦਾ ਜ਼ਿਕਰ ਕੀਤਾ, ਪੀਜ਼ਾ 버ਗਰ ਉੱਥੇ ਲੰਗਰ ਵੀ ਲਗਾਇਆ ਗਿਆ ਸੀਗਾ ਤੇ ਉਹ ਚੀਜ਼ ਬੜੀ ਹਾਈਲਾਈਟ ਕੀਤੀ ਗਈ ਸੀਗੀ ਕਿ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਪੀਜ਼ਾ 버ਗਰ ਕਿਵੇਂ ਲੱਗ ਸਕਦਾ? ਕਿਸਾਨ ਤਾਂ ਪੀਜ਼ਾ 버ਗਰ ਖਾਂਦੇ ਨਹੀਂ, ਇਹਨੂੰ ਕਿਵੇਂ ਦੇਖਦੇ ਹੋ ਵੀ ਕਿਸਾਨਾਂ ਨੂੰ ਮੂੰਹ ਨਹੀਂ ਲੱਗਾ? ਕਿਉਂ ਨਹੀਂ? ਕਿਸਾਨ ਸਾਡੇ ਵਰਗੇ ਇਨਸਾਨ ਨਹੀਂ ਹੈ? ਉਹ ਜਦ ਸਾਡੇ ਲਈ ਅੰਨ ਪੈਦਾ ਕਰ ਸਕਦੇ ਕਿ ਉਹ ਖਾ ਨਹੀਂ ਸਕਦੇ? ਉਹਨਾਂ ਦਾ ਕੋਈ ਹੱਕ ਨਹੀਂ। ਔਰ ਗੁਰੂ ਨਾਨਕ ਦੇਵ ਜੀ ਨੇ ਜਦੋਂ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸੀ, ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਕਦੇ ਵੀ ਜਿਹੜਾ ਹੈ ਸਾਡੇ ਸਿੱਖਾਂ ਨੂੰ ਕਦੇ ਵੀ ਕਿਸੇ ਲੰਗਰ ਦੀ ਘਾਟ ਨਹੀਂ ਆਏਗੀ। ਔਰ ਅੱਜ ਉਹ ਦਿਖ ਰਿਹਾ ਸਾਨੂੰ, ਕਿੰਨੇ ਲੰਗਰ ਆ ਰਹੇ ਹੈ, ਕਰੋੜਾਂ ਰੁਪਈਆ ਉੱਥੇ ਇਕੱਠਾ ਹੋ ਰਿਹਾ, ਹਰ ਚੀਜ਼ ਉੱਥੇ ਪਹੁੰਚ ਰਹੀ ਹੈ। ਕਿਸੇ ਵੀ ਚੀਜ਼ ਦੀ ਜਿਹੜੀ ਕਮੀ ਹੈ ਉਹ ਸਾਡੇ ਗੁਰੂ ਜੀ ਨੇ ਨਹੀਂ ਆਉਣ ਦਿੱਤੀ। ਪੰਜਾਬ ਦੀ ਧਰਤੀ ਜਿਹੜੀ ਹੈ ਗੁਰੂਆਂ ਦੀ ਧਰਤੀ ਹੈ, ਸ਼ਹੀਦਾਂ ਦੀ ਧਰਤੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਸੀਗੀ, ਉਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਲੜਾਈ ਚਮਕੌਰ ਦੀ ਲੜਾਈ ਹੋਏਗੀ, ਉਦੋਂ ਚਮਕੌਰ ਦੀ ਲੜਾਈ ਵਿੱਚ 40 ਜਿਹੜੇ ਸਿੱਖ ਸੀਗੇ ਉਹਨਾਂ ਨੇ 10 ਲੱਖ ਮੁਗਲਾਂ ਦਾ ਮੁਕਾਬਲਾ ਕੀਤਾ ਸੀ। ਤੇ ਪ੍ਰਧਾਨ ਮੰਤਰੀ ਜੀ ਨੂੰ ਇਹ ਚੀਜ਼ ਸੋਚ ਲੈਣੀ ਚਾਹੀਦੀ। ਮੈਨੂੰ ਲੱਗਦਾ ਪ੍ਰਧਾਨ ਮੰਤਰੀ ਜੀ ਸ਼ਾਇਦ ਇਤਿਹਾਸ ਹੀ ਨਹੀਂ ਪੜ੍ਹਦੇ, ਉਹ ਸੁਣੀਆਂ ਸੁਣਾਈਆਂ ਗੱਲਾਂ ਇੱਧਰ ਦੀਆਂ ਸੁਣ ਲਿਆ ਉੱਧਰ। ਉਹਨਾਂ ਨੂੰ ਇਤਿਹਾਸ ਪੜ੍ਹਨਾ ਚਾਹੀਦਾ ਹੈ ਕਿ ਜਿਹੜੀ ਸਿੱਖ ਕੌਮ ਹੈ, ਸਾਡੇ ਜਿਹੜੇ ਕਿਸਾਨ ਹੈ, ਉਹ ਜਦੋਂ ਡਟ ਜਾਂਦੇ ਆ ਉਹ ਵਾਪਸ ਨਹੀਂ ਆਉਂਦੇ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਦੇ ਵੀ ਲੜਾਈ ਦੇ ਮੈਦਾਨ ਦੇ ਵਿੱਚ ਵਾਪਸ ਨਹੀਂ ਆਉਣਾ, ਹਮੇਸ਼ਾ ਅੱਗੇ ਹੀ ਵਧਣਾ ਹੈ। ਔਰ ਅਸੀਂ ਦੇਖ ਰਹੇ ਹਾਂ ਸਾਰੇ ਆਪਣੇ ਪਰਿਵਾਰ ਦੇ ਨਾਲ, ਬੱਚਿਆਂ, ਛੋਟੇ ਛੋਟੇ ਬੱਚਿਆਂ ਦੇ ਨਾਲ, ਬਜ਼ੁਰਗਾਂ ਦੇ ਨਾਲ ਉੱਥੇ ਬੈਠੇ ਹੈ। ਤੇ ਇਹਨਾਂ ਨੂੰ ਇਹ ਤਾਨਾਸ਼ਾਹੀ ਜਿਹੜੀ ਮੋਦੀ ਸਾਹਿਬ ਨੂੰ ਖਤਮ ਕਰਨੀ ਚਾਹੀਦੀ ਹੈ, ਕਿਉਂਕਿ ਤਾਨਾਸ਼ਾਹੀ ਦੇ ਵਿੱਚ ਹੁੰਦਾ ਕਿ ਜੋ ਪ੍ਰਧਾਨ ਮੰਤਰੀ ਨੇ ਕਹਿਤਾ ਉਹ ਜਨਤਾ ਨੂੰ ਮੰਨਣਾ ਪੈਣਾ। ਲੇਕਿਨ ਲੋਕਤੰਤਰ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਹੁੰਦਾ। ਲੋਕਤੰਤਰ ਦੇ ਵਿੱਚ ਲੋਕਾਂ ਨੂੰ ਸੁਣ ਕੇ ਫਿਰ ਉਹਦੇ ਅਕੋਰਡਿੰਗ ਉਹਨਾਂ ਨੂੰ ਡਿਸੀਜਨ ਲੈਣਾ ਚਾਹੀਦਾ। ਪਰ ਅਰੁਣਾ ਜੀ ਕੀ ਲੱਗਦਾ ਤੁਹਾਨੂੰ, ਕਿਉਂਕਿ ਪਹਿਲਾਂ ਤਾਂ ਮੋਦੀ ਸਾਹਿਬ ਤਾਂ ਸੋਧ ਦੀ ਗੱਲ ਹੀ ਨਹੀਂ ਸੀ ਕਰਦੇ ਜਦੋਂ ਇਹਨਾਂ ਨੇ ਬਣਾਏ ਸੀ ਕਾਨੂੰਨ। ਜਦੋਂ ਹੁਣ ਅੱਕ ਕੇ ਕਿਸਾਨ ਦਿੱਲੀ ਚਲੇ ਗਏ, ਦਿੱਲੀ ਜਾ ਕੇ ਰੋਸ ਕੀਤਾ ਸ਼ਾਂਤਮਈ ਢੰਗ ਦੇ ਨਾਲ, ਰੋਸ ਕਰਨ ਤੋਂ ਬਾਅਦ ਮੋਦੀ ਸਾਹਿਬ ਨੇ ਕਹਿ ਦਿੱਤਾ ਵੀ ਭਾਈ ਠੀਕ ਹੈ ਮੈਂ ਸੋਧ ਕਰ ਦਿੰਦਾ, ਜੋ ਤੋਂ ਤੁਹਾਨੂੰ ਗਲਤ ਲੱਗਦਾ ਦੱਸ ਦਿਓ, ਦੇ ਵਿੱਚ ਅਸੀਂ ਸੋਧ ਕਰ ਦਿੰਦੇ। ਪਰ ਹੁਣ ਕਿਸਾਨ ਕਹਿ ਰਹੇ ਨੇ ਵੀ ਸਾਨੂੰ ਇਹ ਵਾਪਸ ਹੀ ਰੱਦ ਹੀ ਚਾਹੀਦਾ, ਵੀ ਰੱਦ ਕੀਤਾ ਜਾਵੇ। ਪਰ ਹੁਣ ਫਿਰ ਮੋਦੀ ਸਾਹਿਬ ਦੀ ਸਟੇਟਮੈਂਟ ਆਉਂਦੀ ਹੈ ਵੀ ਇਹ ਤਾਂ 30-40 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ ਜਿਹੜਾ ਮੈਂ ਕੰਮ ਕੀਤਾ ਹੈ। ਇਹਨੂੰ ਕਿਵੇਂ ਦੇਖਦੇ ਵੀ ਉਹ ਤਾਂ ਹੁਣ ਵਾਪਸ ਤਾਂ ਦੂਰ ਦੀ ਗੱਲ, ਮੈਨੂੰ ਤਾਂ ਲੱਗਦਾ ਉਹ ਸੋਧ ਦੀ ਵੀ ਹੁਣ ਗੱਲ ਛੱਡ ਦੇਣਗੇ। ਦੇਖੋ ਜੀ, ਮੋਦੀ ਸਾਹਿਬ ਜਿਹੜੀ 30 ਸਾਲ 40 ਸਾਲ ਪੁਰਾਣੀ ਗੱਲ ਕਰ ਰਿਹਾ ਹੈ, ਮੋਦੀ ਸਾਹਿਬ ਨੂੰ ਪੁਰਾਣੇ ਸਮੇਂ ਨੂੰ ਤੇ ਭੁੱਲ ਹੀ ਜਾਣਾ ਚਾਹੀਦਾ, ਕਿਉਂਕਿ ਉਹ ਪ੍ਰਧਾਨ ਮੰਤਰੀ ਨਹੀਂ ਸੀਗੇ ਜਦੋਂ ਦੇ ਪ੍ਰਧਾਨ ਮੰਤਰੀ ਬਣੇ ਮੋਦੀ ਸਾਹਿਬ। ਮੈਨੂੰ ਨਹੀਂ ਲੱਗਦਾ ਕੋਈ ਵੀ ਸਾਡੇ ਵਰਲਡ ਦਾ ਦੇਸ਼ ਹੈ ਜਿੱਥੇ ਉਹ ਘੁੰਮ ਕੇ ਨਹੀਂ ਆਏ। ਸਾਰਾ ਜਿਹੜਾ ਸੰਸਾਰ ਹੈ, ਪੂਰਾ ਵਰਲਡ ਜਿਹੜਾ ਉਹ ਕਿਸਾਨਾਂ ਦੇ ਨਾਲ ਖੜਾ ਹੈ, ਪੂਰਾ ਭਾਰਤ ਦੇਸ਼ ਕਿਸਾਨਾਂ ਨਾਲ ਖੜਾ ਹੈ। ਤੇ ਇਹਨਾਂ ਨੂੰ ਇਹ ਨਹੀਂ ਪਤਾ ਚੱਲਦਾ ਕਿ ਲੋਕਤੰਤਰ ਦੇ ਵਿੱਚ ਜਨਤਾ ਦੀ ਆਵਾਜ਼ ਸੁਣਨੀ ਪੈਂਦੀ ਹੈ। ਜੇ ਜਨਤਾ ਦੀ ਆਵਾਜ਼ ਹੈ, ਉਹਨਾਂ ਨੂੰ ਪਤਾ ਹੈ ਜਿਹੜੇ ਅੰਬਾਨੀ ਵਰਗੇ 4-5 ਹੋਰ ਜਿਹੜੀਆਂ ਕੰਪਨੀਆਂ ਉਹਨਾਂ ਨੂੰ ਇਹ ਫਾਇਦਾ ਦੇ ਕੇ ਕਿਉਂ ਕਿਸਾਨਾਂ ਨੇ ਇਹਨਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਜਿਹੜੇ ਕਿਸਾਨ ਹੈ ਆਪਣੀ ਕਣਕ ਹੈ, ਝੋਨਾ ਜੋ ਵੀ ਬੀਜਦੇ ਵੇਚਦੇ, ਉਹਦੇ ਲਈ ਉਹ ਪੂਰੇ ਆਜ਼ਾਦੀ ਉਹਨਾਂ ਨੂੰ, ਉਹ ਜਿੱਥੇ ਮਰਜ਼ੀ ਮਿਲਣ। ਅਸੀਂ ਲੋਕਤੰਤਰ ਦੇ ਵਿੱਚ ਕੋਈ ਵੀ ਜਿਹੜਾ ਕਾਨੂੰਨ ਹੈ ਉਹ ਜਨਤਾ ਤੇ ਕਦੇ ਵੀ ਨਹੀਂ ਠੋਕ ਸਕਦੇ। ਜੀ ਕੀ ਲੱਗਦਾ ਅਰੁਣਾ ਜੀ ਕਿ ਹੁਣ ਇਹ ਸਮਾਂ ਸੀਗਾ ਪੰਜਾਬ ਦੇ ਉੱਤੇ ਬੜੀ ਵੱਡੀ ਆਪਤਾ ਆ, ਕਿਉਂਕਿ ਪੰਜਾਬ ਦਾ ਅੰਨਦਾਤਾ ਸੜਕਾਂ ਤੇ ਰੋਲ ਦਿੱਤਾ ਇਹਨਾਂ ਨੇ। ਤੇ ਦੂਸਰੇ ਪਾਸੇ ਜਦੋਂ ਅਸੀਂ ਕਹਿੰਦੇ ਵੀ ਪਾਰਟੀਆਂ ਜਿਹੜੀਆਂ ਨੇ ਉਹ ਕੀ ਰੋਲ ਅਦਾ ਕਰ ਰਹੀਆਂ ਨੇ, ਕਿਉਂਕਿ ਬਹੁਤ ਸਾਰੇ ਸਵਾਲ ਨਿਕਲ ਕੇ ਆਉਂਦੇ ਨੇ ਕਿ ਇਹਦੇ ਪਿੱਛੇ ਜ਼ਿੰਮੇਵਾਰ ਕੌਣ ਹੈ, ਕਿਹੜੀ ਪਾਰਟੀ ਜ਼ਿੰਮੇਵਾਰ ਹੋਏਗੀ ਜਾਂ ਪਾਰਟੀਆਂ ਕੀ ਕਰ ਰਹੀਆਂ ਨੇ। ਕੀ ਲੱਗਦਾ ਹੈ ਕਿ ਪਾਰਟੀਆਂ ਨੂੰ ਕਿਸਾਨੀ ਪਹਿਲਾਂ ਹੋ ਕੇ ਇੱਕ ਇਨਸਾਨੀਅਤ ਤੌਰ ਤੇ ਪਹਿਲਾਂ ਆਉਣਾ ਚਾਹੀਦਾ ਸੀਗਾ ਵੀ ਭਾਈ ਅਸੀਂ ਕਿਸੇ ਪਾਰਟੀ ਦੇ ਨਹੀਂ ਆ, ਅਸੀਂ ਪਹਿਲਾਂ ਇਨਸਾਨ ਹੈ ਵੀ ਅਸੀਂ ਸੜਕਾਂ ਤੇ ਤੁਹਾਡੇ ਨਾਲ। ਇਹਨੂੰ ਕਿਵੇਂ ਇਹ ਮੈਨੂੰ ਲੱਗਦਾ ਹੈ ਮੋਦੀ ਸਾਹਿਬ ਨਾਲ ਸ਼ਾਇਦ ਇੱਕ ਕਹਿੰਦੇ ਨਾ ਫ੍ਰਿਕਸ਼ਨ ਪੈਦਾ ਕਰ ਰਿਹਾ ਹੈ। ਜਦੋਂ ਕਹਿੰਦੇ ਨਾ ਕਈ ਵਾਰੀ ਦੋ ਭਰਾਵਾਂ ਦੀ ਆਪਸ ਦੇ ਵਿੱਚ ਬੰਦੀ ਹੁੰਦੀ ਹੈ ਤੇ ਕਈ ਵਾਰੀ ਕੋਈ ਤੀਸਰੇ ਨੂੰ ਨਾ ਬੜੀ ਜੈਲਸੀ ਹੁੰਦੀ ਹੈ ਕਿ ਇਹਨਾਂ ਦੀ ਆਪਸ ਵਿੱਚ ਕਿਉਂ ਬੰਦੀ ਹੈ, ਤੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਵੇ ਆਊਟ ਕਰੇਗਾ ਕਿ ਇਹਨਾਂ ਦੀ ਲੜਾਈ ਹੋਵੇ, ਜਿਸ ਤਰ੍ਹਾਂ ਅੰਗਰੇਜ਼ਾਂ ਨੇ ਕੀਤਾ ਸੀਗਾ ਫੁੱਟ ਪਾਓ ਤੇ ਰਾਜ ਕਰੋ। ਬਟ ਫਿਰ ਵੀ ਸਾਡੇ ਜਿਹੜੇ ਭਾਰਤ ਦੇ ਦੇਸ਼ ਦੇ ਜਿਹੜੇ ਲੋਕ ਸੀ ਇੰਨੇ ਸਿਆਣੇ ਨਿਕਲੇ, ਸਾਡੇ ਸ਼ਹੀਦਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ,
ਉਹਨਾਂ ਨੇ ਆਜ਼ਾਦੀ ਦਿਵਾਈ। ਇਸੇ ਤਰ੍ਹਾਂ ਹੀ ਮੋਦੀ ਸਾਹਿਬ ਵੀ ਕਰ ਰਹੇ ਕਿ ਇਹਨਾਂ ਨੂੰ ਫੁੱਟ ਪਾ ਕੇ ਇਹਨਾਂ ਨੂੰ ਅਲੱਗ-ਅਲੱਗ ਕਰ ਦਈਏ, ਪਰ ਨਹੀਂ, ਭਾਰਤ ਦੇਸ਼ ਦੇ ਜਿਹੜੇ ਨਾਗਰਿਕ ਨੇ ਪੜ੍ਹੇ ਲਿਖੇ ਨੇ, ਬੜੇ ਸਿਆਣੇ। ਅੱਜ ਦਾ ਜਿਹੜਾ ਕਿਸਾਨ ਹੈ ਉਹ ਪੜ੍ਹਿਆ ਲਿਖਿਆ ਹੈ, ਉਹ ਗੁੰਮਰਾਹ ਨਹੀਂ ਹੁੰਦਾ। ਸਾਡੇ ਜਿੰਨੇ ਜਵਾਨ ਬੱਚੇ ਉਹ ਗੁੰਮਰਾਹ ਨਹੀਂ ਹੁੰਦੇ। ਜਿਸ ਤਰ੍ਹਾਂ ਕਹਿੰਦੇ ਹੁੰਦੇ ਜੀ ਨਸ਼ੇੜੀ ਹੈ ਪੰਜਾਬ ਦੇ, ਇਹ ਵੀ ਇਹਨਾਂ ਨੇ ਇੱਕ ਗੁੰਮਰਾਹ ਕੀਤਾ ਹੈ ਪੰਜਾਬ ਨੂੰ, ਤਾਂ ਜੋ ਜਿਹੜੇ ਪੰਜਾਬ ਦੇ ਲੋਕ ਹੈ, ਪੰਜਾਬ ਦੀ ਸਾਡੀ ਯੂਥ ਹੈ, ਉਹਨੂੰ ਨੌਕਰੀਆਂ ਨਾ ਦੇ ਕੇ। ਦੇਖੋ 10 ਸਾਲ ਇਹਨਾਂ ਦਾ ਰਾਜ ਰਿਹਾ, 10 ਸਾਲਾਂ ਦੇ ਵਿੱਚ ਇਹਨਾਂ ਨੇ ਕੋਈ ਨੌਕਰੀ ਨਹੀਂ ਦਿੱਤੀ। ਕਹਿਤਾ ਜੀ ਨਸ਼ੇੜੀ ਹੈ, ਨੌਕਰੀ ਨਹੀਂ ਕਰ ਸਕਦਾ। ਉਹ ਭਾਰਤ ਦੇ ਜਿਹੜੇ ਪੜ੍ਹੇ ਲਿਖੇ ਨੌਜਵਾਨ ਜਿਹੜੇ ਦੂਸਰੇ ਦੇਸ਼ਾਂ ਵਿੱਚ ਜਾ ਰਹੇ ਹੈ, ਨੌਕਰੀਆਂ ਕਰ ਰਹੇ ਹੈ, ਉਹ ਉੱਥੇ ਨਸ਼ੇੜੀਪਨ ਨਹੀਂ ਹੈਗਾ, ਸਿਰਫ ਭਾਰਤ ਦੇ ਵਿੱਚ ਹੀ ਹੈ। ਇਹ ਇਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਜੀ ਨੂੰ ਚਾਹੀਦਾ ਹੈ ਆਪਣਾ ਜਿਹੜਾ ਕਾਨੂੰਨ ਹੈ ਇਹਨੂੰ ਵਾਪਸ ਲਓ ਜਲਦੀ ਤੋਂ ਜਲਦੀ, ਔਰ ਇਹਦੇ ਨਾਲ ਤੁਹਾਡਾ ਜਿਹੜਾ ਕੱਦ ਹੈ ਨਾ ਬਹੁਤ ਉੱਚਾ ਹੋਏਗਾ। ਤੁਸੀਂ ਇਹ ਨਾ ਸੋਚੋ ਕਿ ਮੈਂ ਇੱਕ ਕਾਨੂੰਨ ਬਣਾ ਲਿਆ ਤੇ ਇਹਨੂੰ ਮੈਂ ਵਾਪਸ ਨਹੀਂ ਲੈਣਾ। ਨਹੀਂ, ਸਾਡੀ ਜਨਤਾ ਦੇ ਹੱਕ ਦੇ ਵਿੱਚ ਸਾਡੀ ਜਿਹੜੀ ਜਨਤਾ, ਕਿਉਂਕਿ ਜਦੋਂ ਡੈਮੋਕ੍ਰੇਸੀ ਹੁੰਦੀ ਹੈ ਨਾ, ਉਹਦੇ ਵਿੱਚ ਦੇਖੋ ਚਾਹੇ ਅਸੀਂ ਕੌਂਸਲਰ ਬਣ ਜਾਈਏ, ਚਾਹੇ ਅਸੀਂ MP ਬਣ ਜਾਈਏ, ਚਾਹੇ ਅਸੀਂ ਪ੍ਰਧਾਨ ਮੰਤਰੀ ਬਣ ਜਾਈਏ, ਸਾਨੂੰ ਬਣਾਇਆ ਕਿੰਨੇ ਆ? ਜਨਤਾ ਨੇ। ਅਸੀਂ ਇੱਕ ਜਨਤਾ ਦੇ ਸੇਵਕ ਹਾਂ। ਅਗਰ ਅਸੀਂ ਜਨਤਾ ਦੀ ਆਵਾਜ਼ ਨਹੀਂ ਸੁਣਦੇ, ਜਦ ਸਾਡੇ ਕਿਸਾਨਾਂ ਨੂੰ ਉਹ ਕਾਨੂੰਨ ਨਹੀਂ ਪਸੰਦ, ਸਾਰੇ ਲੋਕਾਂ ਨੂੰ ਕਾਨੂੰਨ ਨਹੀਂ ਪਸੰਦ, ਤੇ ਉਹਨੂੰ ਜਲਦੀ ਵਾਪਸ ਲੈ ਕੇ ਆਪਣਾ ਜਿਹੜਾ ਕੱਦ ਉੱਚਾ ਕਰਨਾ ਚਾਹੀਦਾ ਹੈ, ਤਾਂ ਜੋ ਜਿਹੜੇ ਸਾਡੇ ਕਿਸਾਨ ਹੈ ਮੁੜ ਆਪਣੇ ਘਰਾਂ ਦੇ ਵਿੱਚ ਪਰਤ ਪੈਣ, ਤੇ ਤਾਂ ਜੋ ਜਿਹੜਾ ਸਾਡਾ ਅੰਨਦਾਤਾ ਹੈ, ਜਿਹੜਾ ਸਾਰੇ ਸੰਸਾਰ ਦਾ ਜਿਹੜਾ ਭਾਰ ਹੈ, ਦੇਖੋ ਫੋਰਨ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਟਿਨ ਪੈਕ ਹੋ ਕੇ ਕਿੱਥੋਂ ਜਾਂਦੇ? ਭਾਰਤ ਤੋਂ ਹੀ ਜਾਂਦੇ ਆ। ਜਿੰਨੀ ਪੰਜਾਬ ਦੇ ਵਿੱਚ ਖੇਤੀ ਹੁੰਦੀ ਹੈ ਜਾਂ ਹਰਿਆਣਾ 'ਚ ਵੀ ਹੁਣ ਇੰਨੀ ਖੇਤੀ ਹੋਣ ਵਾਲੀ, ਉਹ ਵਰਲਡ ਵਿੱਚ ਕਿਤੇ ਵੀ ਨਹੀਂ ਹੋ ਸਕਦੀ। ਪਰ ਜਦੋਂ ਅਸੀਂ ਦੇਖਦੇ ਹਾਂ ਵੀ ਹੁਣ ਸਾਰੇ ਮੁਲਕ ਨੂੰ ਪਤਾ ਲੱਗ ਗਿਆ, ਪੂਰੇ ਵਰਲਡ ਨੂੰ ਪਤਾ ਲੱਗ ਗਿਆ ਵੀ ਜਿਹੜੇ ਕਾਨੂੰਨ 3 ਪਾਸ ਕੀਤੇ ਗਏ ਨੇ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਹੈ। ਹੁਣ ਤਾਂ ਸ਼ਹਿਰੀ ਵਰਗ ਨੂੰ ਵੀ ਪਤਾ ਲੱਗ ਗਿਆ ਵੀ ਵਾਕਈ ਭਾਈ ਜਿਹੜੇ ਕਿਸਾਨੀ ਕਾਨੂੰਨ ਪਾਸ ਕੀਤੇ ਗਏ ਨੇ, ਇਹ ਕਾਨੂੰਨ ਸ਼ਹਿਰਾਂ ਨੂੰ ਵੀ ਨੁਕਸਾਨ ਪਹੁੰਚਾਉਣਗੇ, ਪਿੰਡਾਂ ਨੂੰ ਤਾਂ ਨੁਕਸਾਨ ਹੈ ਹੀ ਹੈ ਜਿਨ੍ਹਾਂ ਦੇ ਖੇਤ ਨੇ, ਪਰ ਉਹਦੇ ਨਾਲ ਸ਼ਹਿਰਾਂ ਨੂੰ ਵੀ। ਪਰ ਇਹਨਾਂ ਦੇ ਪਿੱਛੇ ਕੀ ਲੱਗਦਾ ਵੀ ਇਹਨਾਂ ਨੂੰ ਕਿਉਂ ਨਹੀਂ ਸਮਝ ਆ ਰਹੀ? ਜਾਂ ਕੋਈ ਸੈਲਫ ਈਗੋ ਆ, ਜਾਂ ਵਾਕਈ ਕਾਰਪੋਰੇਟ ਘਰਾਣਿਆਂ ਦਾ ਇੰਨਾ ਕੁ ਜ਼ਿਆਦਾ ਇਹਨਾਂ ਤੇ ਬਰਡਨ ਪੈ ਗਿਆ ਕਿ ਜਿਹੜਾ ਕੋਈ ਫੈਸਲਾ ਲੈ ਹੀ ਨਹੀਂ ਪਾ ਰਹੇ। ਬਿਲਕੁਲ ਜੀ, ਕਾਰਪੋਰੇਟ ਘਰਾਣਿਆਂ ਤੇ ਇੰਨਾ ਕੁ ਜ਼ਿਆਦਾ, ਦੇਖੋ ਜਿੰਨਾ ਇਹਨਾਂ ਨੇ ਮੀਡੀਆ ਖਰੀਦ ਲਿਆ, ਉੱਥੋਂ ਮੀਡੀਆ ਦੇ ਵਿੱਚ ਆਪਣਾ ਪੈਸੇ ਕੌਣ ਲਗਾ ਰਿਹਾ? ਇਹ ਸਾਰੇ ਅੰਬਾਨੀ ਗਰੁੱਪ ਲਗਾ ਰਿਹਾ। ਜਿਹੜੀ ਇਹਨਾਂ ਨੇ ਇਲੈਕਸ਼ਨਾਂ ਜਿੱਤੀਆਂ ਉਹਦੇ ਵਿੱਚ ਵੀ ਸਾਰਾ ਪੈਸਾ ਅੰਬਾਨੀ ਗਰੁੱਪ ਦਾ ਲੱਗਿਆ। ਲੇਕਿਨ ਪ੍ਰਧਾਨ ਮੰਤਰੀ ਜੀ ਨੂੰ ਇਹ ਪਤਾ ਹੋਣਾ ਚਾਹੀਦਾ ਤੁਸੀਂ ਲੋਕਤੰਤਰ ਦੇ ਹੋ, ਲੋਕਤੰਤਰ ਦਾ ਰਾਜ ਹੈ, ਜਨਤਾ ਦਾ ਰਾਜ ਹੈ। ਉਹ ਪੈਸੇ ਵਾਲੇ ਕਿੰਨੇ ਹੋ? ਤੁਸੀਂ ਸੋਨੇ ਦੀਆਂ ਰੋਟੀਆਂ ਖਾਣੀਆਂ, 2 ਰੋਟੀਆਂ ਖਾਣੀਆਂ, ਦਾਲ ਖਾਣੀ ਹੈ, ਤੁਸੀਂ ਪੇਟ ਹੀ ਭਰਨਾ ਨਾ। ਤੁਸੀਂ ਕਿਉਂ ਗਰੀਬਾਂ ਦਾ ਹੱਕ ਛੀਨ ਰਹੇ ਹੋ? ਹੁਣ ਦੇਖੋ 30 ਦਿਨਾਂ ਤੋਂ ਇੰਨੀ ਠੰਡ ਦੇ ਵਿੱਚ ਦਿਨ ਰਾਤ ਉੱਥੇ ਬੈਠੇ ਪ੍ਰਧਾਨ ਮੰਤਰੀ ਜੀ ਆਪ ਆਪਣੇ ਮਹਿਲਾਂ ਵਿੱਚ ਬੈਠੇ। ਆਓ ਜਨਤਾ ਦੇ ਵਿੱਚ ਆਓ, ਜਨਤਾ ਦੀ ਆਵਾਜ਼ ਆ ਕੇ ਸੁਣੋ, ਜਨਤਾ ਦੇ ਅਨੁਸਾਰ ਹੀ ਆਪਣਾ ਜਿਹੜਾ ਉਹ ਕੰਮ ਕਰੋ, ਤੇ ਤਾਂ ਹੀ ਜਿਹੜਾ ਸਾਡਾ ਲੋਕਤੰਤਰ ਹੈ ਉਹ ਸਫਲ ਹੋ ਸਕਦਾ ਹੈ। ਤੁਸੀਂ ਕਾਂਗਰਸ ਤੋਂ, ਦੂਸਰੇ ਪਾਸੇ ਇਹ ਗੱਲ ਕਹੀ ਜਾ ਰਹੀ ਹੈ ਵੀ ਭਾਈ ਕੈਪਟਨ ਸਾਹਿਬ ਨੂੰ ਵੀ ਪਤਾ ਸੀਗਾ ਜਦੋਂ ਉੱਥੇ ਬਿੱਲ ਪਾਸ ਹੋਇਆ, ਉਦੋਂ ਕੈਪਟਨ ਸਾਹਿਬ ਵੀ ਪ੍ਰੈਜ਼ੈਂਟ ਸੀ। ਇਹਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਅਸੀਂ ਤੇ ਇੱਕ ਕਾਉਂਸਲਰ ਹਾਂ। ਜਦੋਂ ਆਵਾਜ਼ ਉੱਠਣੀ ਸ਼ੁਰੂ ਹੋਈ ਤੇ ਉਦੋਂ ਇਹ ਕਿਹਾ ਗਿਆ ਸੀ ਕਿ ਉੱਥੇ ਕਾਂਗਰਸ ਵਾਲੇ ਵੀ ਸੀ, ਆਪ ਵਾਲੇ ਵੀ ਸੀ, ਅਕਾਲੀ ਦਲ ਵਾਲੇ ਸੀ। ਲੇਕਿਨ ਕਿਉਂਕਿ ਅਸੀਂ ਲੋਕ ਪਾਰਲੀਮੈਂਟ ਵਿੱਚ ਨਹੀਂ ਸੀ, ਸਾਨੂੰ ਨਹੀਂ ਪਤਾ ਪਾਰਲੀਮੈਂਟ ਦੇ ਵਿੱਚ ਕੀ ਹੋਇਆ। ਜੋ ਵੀ ਹੋਇਆ, ਫਿਰ ਵੀ ਮੋਦੀ ਜੀ ਨੂੰ ਉਹ ਭੁੱਲ ਕੇ, ਸਾਡੇ ਪ੍ਰਧਾਨ ਮੰਤਰੀ ਜੀ ਨੂੰ ਉਹ ਭੁੱਲ ਕੇ, ਜਨਤਾ ਦੀ ਆਵਾਜ਼ ਸੁਣ ਕੇ ਉਹ ਕਾਨੂੰਨ ਜਿਹੜਾ ਵਾਪਸ ਲੈਣਾ ਚਾਹੀਦਾ ਜੀ। ਇਹ ਕੀ ਲੱਗਦਾ ਕਿ ਹੁਣ ਇਹ ਚੀਜ਼ ਜਿਹੜੀ ਹੈ ਕਿ ਵਾਪਸ ਹੋ ਜਾਏਗੀ, ਜਾਂ ਹਜੇ ਬਹੁਤ ਲੰਬਾ ਸਮਾਂ ਜਿਹੜਾ ਪੈਣ ਵਾਲਾ? ਦੇਖੋ ਜੀ, ਜਿੰਨੀ ਜਲਦੀ ਇਹ ਵਾਪਸ ਲੈ ਲੈਣ ਓਨਾ ਹੀ ਪ੍ਰਧਾਨ ਮੰਤਰੀ ਜੀ ਦਾ ਵੀ ਭਲਾ ਹੈ, ਸਾਡੇ ਦੇਸ਼ ਦਾ ਵੀ ਭਲਾ ਹੈ। ਕਿਉਂਕਿ ਜੇ ਅਸੀਂ ਕਹੀਏ ਨਾ ਕਿਸਾਨ ਉੱਥੇ ਜਾ ਕੇ ਬੈਠਾ ਹੈ ਤੇ ਸਿਰਫ ਸਾਡਾ ਜਿਹੜਾ ਖੇਤੀਬਾੜੀ ਦਾ ਕੰਮ ਰੁਕਿਆ, ਟਰਾਂਸਪੋਰਟ ਰੁਕ ਰਹੀ ਹੈ, ਦੂਸਰੀਆਂ ਹੋਰ ਜਿਹੜੀਆਂ ਸਾਡੀਆਂ ਜ਼ਰੂਰਤਮੰਦ ਚੀਜ਼ਾਂ ਉਹਨਾਂ ਦੇ ਵਿੱਚ ਆਵਾਜਾਈ ਦੇ ਵਿੱਚ ਰੁਕਾਵਟ ਹੋ ਗਈ ਹੈ, ਉਹ ਵੀ ਬੱਚੇ ਸਾਰੇ ਉੱਥੇ ਕੰਮ ਛੋੜ ਕੇ ਉੱਥੇ ਬੈਠ ਗਏ। ਇਹਦੇ ਨਾਲ ਸਾਰਾ ਜਿਹੜਾ ਇੱਕ ਸਾਡਾ ਖੇਤਰ ਜਿਹੜਾ ਉਹਨੇ ਇੱਕ ਨੁਕਸਾਨ ਹੋ ਰਿਹਾ ਹੈ। ਇਸ ਕਰਕੇ ਪ੍ਰਧਾਨ ਮੰਤਰੀ ਜੀ ਨੂੰ ਚਾਹੀਦਾ ਜਲਦੀ ਤੋਂ ਜਲਦੀ ਕਾਨੂੰਨ ਵਾਪਸ ਲੈ ਲਓ, ਕਿਉਂਕਿ ਜਿਹੜੇ ਕਿਸਾਨ ਲੋਕ ਜਿਹੜੇ ਉੱਥੇ ਜਾ ਕੇ ਬੈਠ ਗਏ ਨਾ, ਇਹਨਾਂ ਨੇ ਵਾਪਸ ਨਹੀਂ ਆਉਣਾ, ਇਹਨਾਂ ਨੇ ਕਾਨੂੰਨ ਵਾਪਸ ਕਰਾ ਕੇ ਹੀ ਆਉਣਾ ਹੈ। ਔਰ ਉੱਥੇ ਲੋਕਾਂ ਦੀ ਜਿਹੜੀ ਗਿਣਤੀ ਹੈ ਉਹ ਦਿਨ ਪ੍ਰਤੀ ਦਿਨ ਵਧਣੀ ਹੈ, ਔਰ ਸੇਵਾਦਾਰਾਂ ਦੀ ਗਿਣਤੀ ਵੀ ਜਿਹੜੀ ਉਹ ਦਿਨ ਪ੍ਰਤੀ ਦਿਨ ਵਧਣੀ ਹੈ। ਉੱਥੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਅਰੁਣਾ ਜੀ? ਜਿੱਦਾਂ ਤੁਸੀਂ ਹੁਣੀ ਮੀਡੀਆ ਦਾ ਵੀ ਜ਼ਿਕਰ ਕੀਤਾ, ਕਿਉਂਕਿ ਬਹੁਤ ਸਾਰਾ ਮੀਡੀਆ ਉੱਥੇ ਵੀ ਪਹੁੰਚ ਰਿਹਾ, ਉਹਨਾਂ ਦੇ ਨਾਲ ਗੱਲਬਾਤ ਕਰ ਰਿਹਾ, ਸੋ ਕਈ ਵਾਰੀ ਥੋੜਾ ਜਿਹਾ ਲੱਗਦਾ ਕਿ ਕਿਸਾਨੀ ਅੰਦੋਲਨ ਜਿਹੜਾ ਉਹ ਲੜਖੜਾ ਸਕਦਾ ਜਦੋਂ ਕਈ ਵਾਰੀ ਬਹੁਤ ਸਾਰੀਆਂ ਸਟੇਟਮੈਂਟ ਨਿਕਲ ਕੇ ਸਾਹਮਣੇ ਆਉਂਦੀਆਂ ਨੇ, ਤਾਂ ਡਰ ਵੀ ਲੱਗਦਾ ਵੀ ਕਿਸਾਨੀ ਅੰਦੋਲਨ ਜਿਹੜਾ ਥਰਥਰਾ ਨਾ ਜਾਵੇ। ਕੀ ਮੈਸੇਜ ਦੇਣਾ ਚਾਹੁੰਦੇ ਹੋ ਸਪੈਸ਼ਲੀ ਕਿਸਾਨਾਂ ਨੂੰ? ਕਿਸਾਨੀ ਅੰਦੋਲਨ ਬਿਲਕੁਲ ਨਹੀਂ ਥਰਥਰਾਏਗਾ, ਕਿਉਂਕਿ ਸਾਡੇ ਜਿਹੜੇ ਉੱਥੇ ਜਵਾਨ ਬੱਚੇ ਵੀ ਪਹੁੰਚੇ ਨੇ, ਬਜ਼ੁਰਗ ਵੀ ਨੇ, ਅਸੀਂ ਵੀ ਉਹਨਾਂ ਦੀ ਇੰਟਰਵਿਊ ਸੁਣਦੇ ਆ ਕਿ ਉਹਨਾਂ ਵਿੱਚ ਕਿੰਨਾ ਦਮ ਹੈ। ਉਹ ਆਪਣੇ ਘਰ ਵੀ ਕਹਿ ਕੇ ਗਏ ਨੇ ਕਿ ਸਾਡੀ ਇੰਤਜ਼ਾਰ ਨਾ ਕਰਿਓ, ਪਤਾ ਨਹੀਂ ਅਸੀਂ ਵਾਪਸ ਆਣਾ ਕਿ ਨਹੀਂ ਆਣਾ।
ਇਹ ਜਿਹੜਾ ਖਤਮ ਨਹੀਂ ਹੋਏਗਾ ਅੰਦੋਲਨ। ਇਹ ਜਿਹੜਾ ਜਿੰਨਾ ਮੋਦੀ ਜੀ ਨੂੰ ਲੇਟ ਕਰਨਗੇ, ਇਹ ਜਿਹੜੀ ਉਹ ਕਹਿੰਦੇ ਨੇ ਇੱਕ ਕ੍ਰਾਂਤੀ ਹੈ, ਜਨਤਾ ਦੀ ਜਿਹੜੀ ਆਵਾਜ਼ ਹੈ ਨਾ, ਉਹ ਇੱਕ ਤਖਤਾ ਪਲਟ ਦਿੰਦੀ ਹੈ। ਔਰ ਲੋਕਤੰਤਰ ਦੇ ਵਿੱਚ ਤਾਂ ਬੜਾ ਜਲਦੀ ਤਖਤਾ ਪਲਟਿਆ ਜਾਣਾ ਹੈ। ਇਸ ਕਰਕੇ ਇਹਨੂੰ ਜਲਦੀ ਤੋਂ ਜਲਦੀ ਕਾਨੂੰਨ ਵਾਪਸ ਲੈ ਕੇ ਦੇਸ਼ ਦੀ ਭਲਾਈ ਦੇ ਵਾਸਤੇ ਇਹਨਾਂ ਨੂੰ ਜਲਦੀ ਵਾਪਸ ਲੈ ਲੈਣਾ ਚਾਹੀਦਾ ਹੈ, ਔਰ ਮੁੜ ਪਰਤ ਕੇ ਆਪਣੀ ਜਿਹੜੀ ਪ੍ਰਧਾਨ ਮੰਤਰੀ ਦੀ ਕੁਰਸੀ ਹੈ ਉਹਨੂੰ ਸਹੀ ਤਰੀਕੇ ਦੇ ਨਾਲ ਸੰਭਾਲ ਲੈਣਾ ਚਾਹੀਦਾ। ਜੀ ਬਹੁਤ ਬਹੁਤ ਸ਼ੁਕਰੀਆ ਅੰਨਾ ਜੀ, ਧੰਨਵਾਦ ਜੀ। ਸੋ ਇਸੀ ਸ਼ਹਿਰੀ ਵਰਗ ਦੇ ਕਾਉਂਸਲਰ ਦੇ ਬਿਆਨ ਜਾਂ ਗੱਲਬਾਤ ਕਹਿ ਸਕਦੇ, ਨਿੱਜੀ ਤੌਰ ਤੇ ਉਹਨਾਂ ਦਾ ਦਿਲੀ ਜਿਹੜਾ ਦਰਦ ਆ ਕਿਸਾਨਾਂ ਨੂੰ ਲੈ ਕੇ, ਵਾਕਈ ਹਰ ਇੱਕ ਆਮ ਲੋਕਾਂ ਨੂੰ ਵੀ ਉਨਾ ਹੀ ਦਰਦ ਹੈ, ਚਾਹੇ ਉਹ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੂੰ ਵੀ ਉਨਾ ਹੀ ਦਰਦ ਹੈ ਕਿ ਵਾਕਈ ਕਿਸਾਨੀ ਜਿਹੜਾ ਅੰਦੋਲਨ ਹੈ ਉਹ ਬਹੁਤ ਜ਼ਿਆਦਾ ਕ੍ਰਾਂਤੀਕਾਰੀ ਹੋਣ ਵਾਲਾ ਇਤਿਹਾਸ ਰਚਿਆ ਗਿਆ। ਜਿਹੜੇ ਨੌਜਵਾਨ ਪੀੜ੍ਹੀ ਵਾਕਈ ਸੀਸ ਜਿਹੜਾ ਆਪਣੀ ਜਾਨ ਤਲੀ ਤੇ ਰੱਖ ਕੇ ਗਏ ਨੇ, ਵੀ ਅੱਜ ਵੀ ਗਏ ਤੇ ਕੱਲ ਵੀ ਗਏ, ਪਰ ਕਾਨੂੰਨ ਜਿਹੜੇ ਨੇ ਉਹ ਰੱਦ ਕਰਵਾ ਕੇ ਘਰ ਵਾਪਸ ਪਰਤਾਂਗੇ। ਆਉਣਾ ਜਾਂ ਨਹੀਂ ਆਉਣਾ ਬਾਅਦ ਦੀਆਂ ਗੱਲਾਂ ਨੇ। ਧੰਨ ਦੀਆਂ ਉਹ ਮਾਵਾਂ ਨੇ ਜਿਨ੍ਹਾਂ ਨੇ ਆਪਣੇ ਪੁੱਤਾਂ ਨੂੰ ਉੱਥੇ ਭੇਜਿਆ, ਜਾਂ ਜਿਹੜੀਆਂ ਮਾਵਾਂ ਉੱਥੇ ਪਹੁੰਚ ਗਈਆਂ ਨੇ। ਤੇ ਵਾਕਈ ਜਿਹੜਾ ਅੜੀਅਲ ਰਵੱਈਆ ਮੋਦੀ ਸਾਹਿਬ ਨੂੰ ਵਾਪਸ ਲੈ ਲੈਣਾ ਚਾਹੀਦਾ, ਇਹਨਾਂ ਅੱਗੇ ਝੁਕ ਜਾਣਾ ਚਾਹੀਦਾ ਹੈ। ਕਿਤੇ ਜਿਹੜੀ ਸਾਡੀ ਨੀਵੀਂ ਅਸੀਂ ਮੈਂ ਜਿਹੜੀ ਉਹ ਖਤਮ ਕਰ ਦੇਣੀ ਚਾਹੀਦੀ, ਕਿਉਂਕਿ ਕਿਸਾਨੀ ਅੰਦੋਲਨ ਬਹੁਤ ਲੰਬਾ ਜਾਣ ਵਾਲਾ ਹੈ ਤੇ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਆ ਰਹੀਆਂ ਸੀ ਕਿਸਾਨੀ ਅੰਦੋਲਨ ਦੇ ਵਿੱਚੋਂ ਕਿ ਕਿਸਾਨਾਂ ਕੋ ਅੰਨ ਘਟ ਜੂਗਾ, ਪਰ ਕਿਸਾਨਾਂ ਤੋਂ ਬਹੁਤ ਸਾਰਾ ਅਨਾਜ ਪਹੁੰਚ ਚੁੱਕਾ ਹੋਇਆ, ਉਹਨਾਂ ਕੋਲ ਬਹੁਤ ਸਾਰਾ ਲੰਗਰ ਲੱਗ ਰਿਹਾ ਹੈ। ਇੱਕ ਪੰਡਾਲ ਤੋਂ ਰੋਜ਼ਾਨਾ 1 ਲੱਖ ਲੋਕ ਲੰਗਰ ਛਕ ਰਹੇ ਨੇ। ਸੋ ਹਜੇ ਵੀ ਸਮਝ ਜਾਣਾ ਚਾਹੀਦਾ ਤਾਂ ਕਿ ਕਿਸਾਨ ਜਿਹੜੇ ਨੇ ਫਤਿਹ ਹਾਸਲ ਕਰਕੇ ਆਪਣੇ ਪਰਿਵਾਰਾਂ ਦੇ ਵਿੱਚ, ਆਪਣੇ ਘਰਾਂ ਦੇ ਵਿੱਚ ਵਾਪਸ ਪਰਤ ਜਾਣ। ਉਵੇਂ ਜਿਵੇਂ ਪੰਜਾਬ ਖੁਸ਼ਹਾਲ ਸੀ ਤੇ ਖੁਸ਼ਹਾਲ ਲੋਕ ਸੀ ਪੰਜਾਬ ਦੇ, ਉਸੇ ਤਰ੍ਹਾਂ ਪੰਜਾਬ ਨੂੰ ਰਹਿ ਦੇਣਾ ਚਾਹੀਦਾ ਹੈ। ਸੋ ਕੀ ਪਤਾ ਸਵੇਰ ਦਾ ਭੁੱਲਿਆ ਘਰ ਵਾਪਸ ਆ ਹੀ ਜਾਵੇ ਤੇ ਮੋਦੀ ਸਾਹਿਬ ਨੂੰ ਵੀ ਕਿਤੇ ਸੋਚੀ ਆ ਜਾਵੇ ਤੇ ਉਹ ਜ਼ਰੂਰ ਇਹ ਰੱਦ ਜਿਹੜੇ ਨੇ ਕਾਨੂੰਨ ਉਹ ਕਰ ਦੇਣ। ਸੋ ਆਸ ਦੇ ਨਾਲ ਇਸ 19 ਦੇਰ ਤੱਕ ਮੈਨੂੰ ਕੀਰਤੀ ਨੂੰ ਦਿਓ ਇਜਾਜ਼ਤ, ਫਿਰ ਕੋਈ ਅਪਡੇਟ ਹੋਈ ਤੇ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੀ। ਧੰਨਵਾਦ।